परम सत्कारयोग साध संगत जी रसना पवित्र करिए ते आखिए धन श्री सतगुरु राम सिंह जी, धन श्री सतगुरु जगजीत सिंह जी, धन श्री सतगुरु उदय सिंह जी। साध संगत जी, अज दी साखी संबंधित है नामधारी पंथ दे प्रसिद्ध साध संत केसर सिंह चविंडे वालियां दी। साखी ਦਾ ਸਿਰਲੇਖ ਹੈ ਸੰਤ ਪ੍ਰਸਾਦ ਕਿਲਵਿਕ ਸਭ ਗਏ। ਵਡਾਲੇ ਜਾਣ ਤੋਂ ਪਿੱਛੋਂ ਸੰਤ ਕੇਸਰ ਸਿੰਘ ਜੀ ਡਸਕੇ ਦੀ ਧਰਤੀ ਨੂੰ ਜਾ ਭਾਗ ਲਾਇਆ। ਇੱਥੇ ਸੇਠ ਮੇਰ ਸਿੰਘ ਜੀ ਦੇ ਘਰ ਗਏ ਅਤੇ ਇਹਨਾਂ ਦੇ ਦਾਦਾ ਸੇਠ ਹੁਕਮ ਸਿੰਘ ਜੀ ਨੂੰ ਦਰਸ਼ਨ ਦਿੱਤੇ। ਸੰਤਾਂ ਦਾ ਦਰਸ਼ਨ ਕਰਕੇ ਸੇਠ ਹੁਕਮ ਸਿੰਘ ਜੀ ਬੜੇ ਪ੍ਰਸੰਨ ਹੋਏ, ਕਿਉਂਕਿ ਉਹ ਆਪ ਵੀ ਬਹੁਤ ਭਜਨ ਕਰਦੇ ਤੇ ਸੰਤਾਂ ਦੇ ਬਹੁਤ ਸੇਵਕ ਸਨ। ਹਿਰਦੇ ਵਿੱਚ ਅਨੇਕ ਖੁਸ਼ੀਆਂ ਦੀ ਲਹਿਰ ਦੌੜ ਗਈ। ਬੜੇ ਆਦਰ ਸਤਿਕਾਰ ਸਹਿਤ ਸੰਤਾਂ ਤੇ ਹੋਰ ਸਾਧ ਸੰਗਤ ਦੀ ਸੇਵਾ ਕਰਕੇ ਬੜੀ ਨਿਮਰਤਾ ਸਹਿਤ ਭਾਈ ਹੁਕਮ ਸਿੰਘ ਨੇ ਅਰਜ਼ ਕੀਤੀ ਕਿ ਸੰਤ ਕੇਸਰ ਸਿੰਘ ਜੀ ਘੱਟੋ ਘੱਟ 1 ਮਹੀਨਾ ਉਹਨਾਂ ਦੇ ਘਰ ਦਰਸ਼ਨ ਦੇਣ। ਬਹੁਤਾ ਜ਼ੋਰ ਦੇਣ ਤੇ ਸੰਤਾਂ ਨੇ ਹੁਕਮ ਸਿੰਘ ਜੀ ਦੀ ਅਰਜ਼ ਪ੍ਰਵਾਨ ਕਰਦਿਆਂ ਫਰਮਾਇਆ, ਇੱਕ ਸ਼ਰਤ ਉੱਤੇ ਮੈਂ ਰਹਿ ਸਕਦਾ ਹਾਂ ਕਿ ਮੈਨੂੰ ਸਾਧ ਸੰਗਤ ਦੀ ਤਨ ਮਨ ਕਰਕੇ ਸੇਵਾ ਕਰਨ ਦੀ ਖੁੱਲ੍ਹ ਹੋਵੇ। ਜੇਕਰ ਸਾਡੇ ਕੋਲੋਂ ਸੇਵਾ ਕਰਵਾਓਗੇ ਤਾਂ ਮੈਂ ਇੱਥੇ ਜ਼ਰੂਰ ਰਹਾਂਗਾ। ਹੁਕਮ ਸਿੰਘ ਜੀ ਨੇ ਹੱਥ ਜੋੜ ਕੇ ਅਰਜ਼ ਕੀਤੀ, ਜਿਵੇਂ ਆਪ ਜੀ ਦੀ ਰਜ਼ਾ ਹੋਵੇ ਤਿਵੇਂ ਕਰ ਸਕਦੇ ਹੋ, ਪਰ ਮੈਨੂੰ ਸੇਵਾ ਕਰਨ ਦਾ ਸਮਾਂ ਬਖਸ਼ਦੇ ਰਹਿਣਾ। ਆਖਰ ਸੰਤ ਜੀ ਡਸ ਕੇ ਸੇਠ ਹੁਕਮ ਸਿੰਘ ਮੇਰ ਸਿੰਘ ਦੇ ਘਰ ਰਹਿਣ ਲੱਗ ਪਏ। ਸੰਤਾਂ ਨੇ ਸਾਰੀ ਰਾਤ ਆਪਣੇ ਪ੍ਰੀਤਮ ਪਿਆਰੇ ਸਤਿਗੁਰ ਜੀ ਦਾ ਧਿਆਨ ਧਰ ਕੇ ਰਸਨਾ ਨਾਲ ਇੱਕ ਰਸ ਨਾਮ ਸਿਮਰਨ ਕਰਨਾ ਅਤੇ ਸਾਰਾ ਦਿਨ ਲੰਗਰ ਵਿੱਚ ਜਲ ਢੋਣ ਅਤੇ ਜਲ ਛਕਾਉਣ ਦੀ ਸੇਵਾ ਕਰਨੀ। ਸੰਤਾਂ ਦੇ ਨਾਲ ਭਾਈ ਲਹਿਣਾ ਸਿੰਘ ਤੇ ਝੰਡਾ ਸਿੰਘ ਜੀ ਹਮੇਸ਼ਾ ਹੀ ਰਹਿੰਦੇ ਸਨ। ਸੰਤ ਜੀ ਤੁਰਨ ਵੇਲੇ ਨੰਗੇ ਚਰਨੀ ਹੀ ਤੁਰਦੇ। ਸੰਤਾਂ ਦਾ ਵਿਚਾਰ ਹੁੰਦਾ ਕਿ ਜੋੜੇ ਨਾਲ ਤੁਰਦਿਆਂ ਕਈ ਜੀਵ ਜੰਤ ਕੀੜੇ ਆਦਿਕ ਦਰੜੇ ਜਾਂਦੇ ਹਨ। ਗੁਰਬਾਣੀ ਵਿੱਚ ਲਿਖੀ ਪੰਕਤੀ, ਮਨ ਸੰਤੋਖ ਸਰਬ ਜੀ ਦਇਆ ਦੀ ਪਾਲਣਾ ਦਾ ਅਸਲੀ ਰੂਪ ਸੰਤ ਜੀ ਬਣ ਚੁੱਕੇ ਸਨ। ਇਸ਼ਨਾਨ ਪਾਨ ਕਰਨ ਵੇਲੇ ਜਦ ਸੰਤ ਜੀ ਪਊਏ ਪਾਇਆ ਕਰਦੇ ਤਾਂ ਚਰਨ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰਕੇ ਫਿਰ ਪਊਏ ਪਾਉਂਦੇ। ਆਪਣੀ ਸੁਭਾਅ ਅਤੇ ਕੀਤੇ ਬਚਨ ਅਨੁਸਾਰ ਜਿੱਥੇ ਹੱਥਾਂ ਕਰਕੇ ਸਭ ਦੀ ਸੇਵਾ ਕਰਦੇ ਰਹਿੰਦੇ, ਉੱਥੇ ਸੰਤਾਂ ਦੀ ਅੰਤਰਬਿਰਤੀ ਹਰ ਵਕਤ ਸਰਵ ਵਿਆਪੀ ਸਰਵ ਪ੍ਰਤਿਪਾਲਕ ਅਕਾਲ ਪੁਰਖ ਸਤਿਗੁਰ ਜੀ ਦੇ ਚਰਨਾਂ ਵਿੱਚ ਹੀ ਲੱਗੀ ਰਹਿੰਦੀ। ਕਦੇ ਕਦੇ ਆਪਣੇ ਰੰਗ ਵਿੱਚ ਰਤੇ ਹੋਏ ਇਹ ਪੰਕਤੀ ਪੜ੍ਹਿਆ ਕਰਦੇ, ਏਕ ਨਿਮਖ ਜੇ ਬਿਸਰੈ ਸੁਆਮੀ ਜਾਨੋ ਕੋਟ ਦਿਵਸ ਲਖ ਬਰੀਆ। ਜਦੋਂ ਕਦੇ ਬਾਹਰ ਜਾਂਦੇ ਤਾਂ ਲਹਿਣਾ ਸਿੰਘ ਤੇ ਝੰਡਾ ਸਿੰਘ ਨੂੰ ਆਖਿਆ ਕਰਦੇ, ਭਾਈ ਤੁਰਨ ਵੇਲੇ ਮੇਰੇ ਤੋਂ ਅੱਗੇ ਜਾਂ ਪਿੱਛੇ ਹਟਵੇਂ ਰਿਹਾ ਕਰੋ। ਇਕੱਠੇ ਤੁਰਿਆ ਬਿਰਤੀ ਵਿੱਚ ਫਰਕ ਪੈਂਦਾ ਰਹਿੰਦਾ ਹੈ। ਇੱਕ ਦਿਨ ਰਾਤ ਸਮੇਂ ਸੰਤ ਜੀ ਬੜੇ ਬੇਚੈਨ ਨਜ਼ਰ ਆ ਰਹੇ ਸਨ। ਸੇਠ ਹੁਕਮ ਸਿੰਘ ਨੇ ਇਸ ਬੇਚੈਨੀ ਦਾ ਕਾਰਨ ਪੁੱਛਿਆ। ਸੰਤਾਂ ਨੇ ਫਰਮਾਇਆ, ਅੱਜ ਸਾਨੂੰ ਸੰਤ ਸੋਹਣ ਸਿੰਘ ਚੱਕਰੀ ਪਿੰਡ ਦਾ ਨਾਮ ਹੈ ਵਾਲਾ ਇੱਕ ਘੜੀ ਵੀ ਆਰਾਮ ਨਹੀਂ ਕਰਨ ਦਿੰਦਾ। ਭਲਾ ਦਿਨ ਨਹੀਂ ਸੀ ਚੜ੍ਹਨਾ। ਦੂਜੇ ਪਾਸੇ ਸੋਹਣ ਸਿੰਘ, ਜਿਸ ਨੇ ਸੰਤਾਂ ਤੋਂ ਭਜਨ ਪੁੱਛਿਆ ਹੋਇਆ ਸੀ ਤੇ ਸੰਤਾਂ ਉੱਤੇ ਪੂਰਨ ਭਰੋਸਾ ਰੱਖਦਾ ਸੀ, ਉਹਨੂੰ ਆਪਣੇ ਨਗਰ 'ਚ ਬਹੁਤ ਜ਼ੋਰ ਦਾ ਬੁਖਾਰ ਚੜ੍ਹਿਆ ਹੋਇਆ ਸੀ। ਸਾਹਮਣੇ ਜੰਮ ਵਿਖਾਲੀ ਦੇ ਰਹੇ ਸਨ। ਇਸ ਹਾਲਤ ਵਿੱਚ ਸੋਹਣ ਸਿੰਘ ਸੰਤਾਂ ਨੂੰ ਸਵਾਸ ਯਾਦ ਕਰ ਰਿਹਾ ਸੀ, ਸੰਤ ਜੀ ਆ ਕੇ ਮੇਰੀ ਰੱਖਿਆ ਕਰੋ, ਸੰਤ ਜੀ ਆ ਕੇ ਮੇਰੀ ਰੱਖਿਆ ਕਰੋ। ਇਸ ਵਕਤ ਸੋਹਣ ਸਿੰਘ ਨੇ ਮਨ ਵਿੱਚ ਸੋਚਿਆ, ਜਦ ਮੈਂ ਸ਼੍ਰੀ ਸਤਿਗੁਰੂ ਰਾਮ ਸਿੰਘ ਜੀ ਦਾ ਭਜਨ ਪੁੱਛਿਆ ਹੋਇਆ ਹੈ ਤਾਂ ਇਹ ਜੰਮ ਮੈਨੂੰ ਵਿਖਾਲੀ ਕਿਉਂ ਦਿੰਦੇ ਹਨ? ਭਜਨ ਪੁੱਛਣ ਤੋਂ ਬਾਅਦ ਜਮਾਂ ਦਾ ਮੇਰੇ ਨਾਲ ਕੀ ਕੰਮ ਹੈ? ਬੁਖਾਰ ਦੇ ਜ਼ੋਰ ਵਿੱਚ ਜਦ ਸੋਹਣ ਸਿੰਘ ਨੂੰ ਇਹ ਸੋਚ ਆਈ, ਉਸੇ ਵਕਤ ਜੰਮ ਤਾਂ ਅਲੋਪ ਹੋ ਗਏ ਤੇ ਸਾਧੂ ਮਹਾਤਮਾ ਸਾਹਮਣੇ ਆ ਗਏ ਅਤੇ ਇਹ ਗੁਰੂ ਵਾਕ ਪੂਰਾ ਹੁੰਦਾ ਨਜ਼ਰ ਆਇਆ ਕਿ ਸੁਣ ਕੇ ਜਮ ਕੇ ਦੂਤ ਨਾਏ ਤੇਰੇ ਛੱਡ ਜਾਏ। ਇਸ ਦੇ ਨਾਲ ਹੀ ਸੋਹਣ ਸਿੰਘ ਨੂੰ ਵਿਸ਼ਵਾਸ ਹੋ ਗਿਆ ਕਿ ਹੁਣ ਮੇਰਾ ਆਖਰੀ ਸਮਾਂ ਆ ਗਿਆ ਹੈ।
ਇਸ ਵਾਸਤੇ ਮਰਨ ਤੋਂ ਪਹਿਲਾਂ ਸੰਤਾਂ ਚਵਿੰਡੇ ਵਾਲਿਆਂ ਦਾ ਦਰਸ਼ਨ ਹੋ ਜਾਂਦਾ ਤਾਂ ਚੰਗਾ ਸੀ। ਮੈਨੂੰ ਦਰਸ਼ਨ ਕਰਨ ਦੀ ਤਾਂਘ ਵੀ ਨਾ ਰਹਿੰਦੀ। ਇਸ ਭਾਵਨਾ ਕਰਕੇ ਸੋਹਣ ਸਿੰਘ ਜੀ ਸੰਤਾਂ ਨੂੰ ਬਹੁਤ ਤੀਬਰਤਾ ਨਾਲ ਯਾਦ ਕਰ ਰਹੇ ਸਨ ਅਤੇ ਘੜੀ ਘੜੀ ਸੰਤਾਂ ਦਾ ਨਾਮ ਲੈ ਕੇ ਆਖ ਰਹੇ ਸਨ, ਬੂਢ ਮੂਏ ਨਉ ਕਾ ਮਿਲੇ, ਕਹੋ ਕਾਹੇ ਚੜਾਵੋ। ਸਗੋਂ ਪ੍ਰਾਣ ਗਏ ਸਾਗਰ ਮਿਲੇ, ਫੁਨ ਕਾਮ ਨਾ ਆਵੈ, ਸੰਤ ਜੀ ਬੌੜੀ ਕਰੋ, ਦਰਸ਼ਨ ਦੇਵੋ। ਸੋਹਣ ਸਿੰਘ ਸੰਤਾਂ ਦਾ ਧਿਆਨ ਧਰ ਕੇ ਸੱਚੇ ਦਿਲੋਂ ਪੁਕਾਰ ਕਰ ਰਿਹਾ ਸੀ। ਉਸ ਨੂੰ ਯਾਦ ਸੀ ਅਤੇ ਵਿਸ਼ਵਾਸ ਸੀ ਕਿ ਸੱਚੇ ਦਿਲ ਨਾਲ ਕੀਤੀ ਅਰਦਾਸ ਕਦੇ ਬਿਰਥੀ ਨਹੀਂ ਜਾਂਦੀ। ਇਸ ਤਰ੍ਹਾਂ ਸੋਹਣ ਸਿੰਘ ਦੀ ਤਾਂਘ ਨੇ ਦੂਸਰੇ ਪਾਸੇ ਸੰਤਾਂ ਨੂੰ ਬੇਚੈਨ ਕਰ ਰੱਖਿਆ ਸੀ। ਰਾਤ ਦੇ 10 ਵਜੇ ਦਾ ਸਮਾਂ ਸੀ। ਸੰਤਾਂ ਨੇ ਉਸੇ ਵਕਤ ਭਾਈ ਲਹਿਣਾ ਸਿੰਘ ਤੇ ਝੰਡਾ ਸਿੰਘ ਨੂੰ ਨਾਲ ਲੈ ਕੇ 11 ਕੋਹਾਂ ਦਾ ਪੈਂਡਾ ਕਰਕੇ ਸੋਹਣ ਸਿੰਘ ਦੇ ਪਿੰਡ ਪਹੁੰਚ ਗਏ। ਪਿੰਡ ਦੇ ਬਾਹਰ ਵਾਰ ਬੈਠ ਕੇ ਲਹਿਣਾ ਸਿੰਘ ਨੂੰ ਫਰਮਾਇਆ, ਭਾਈ ਤੂੰ ਸੋਹਣ ਸਿੰਘ ਦੇ ਘਰ ਜਾ ਕੇ ਉਸ ਨੂੰ ਇੱਥੇ ਹੀ ਸੱਦ ਲਿਆ। ਜਦ ਭਾਈ ਲਹਿਣਾ ਸਿੰਘ ਹੁਕਮ ਸਿੰਘ ਕੇ ਸੋਹਣ ਸਿੰਘ ਦੇ ਘਰ ਪਹੁੰਚੇ ਤਾਂ ਅੱਗੇ ਸੋਹਣ ਸਿੰਘ ਬੇਹੋਸ਼ ਪਿਆ ਸੀ ਅਤੇ ਪਰਿਵਾਰ ਦੇ ਸਾਰੇ ਇਸਤਰੀਆਂ ਮਰਦ ਇਹਨਾਂ ਦੇ 4 ਚਫੇਰੇ ਬੜੀ ਸਹਿਮੀ ਹੋਈ ਹਾਲਤ ਵਿੱਚ ਬੈਠੇ ਸਨ। ਲਹਿਣਾ ਸਿੰਘ ਨੇ ਸਾਰਿਆਂ ਨੂੰ ਪਿੱਛਾ ਕਰਕੇ ਪਹਿਲਾਂ ਖੜੇ ਖਲੋਤੇ ਹੀ ਸੋਹਣ ਸਿੰਘ ਦਾ ਨਾਮ ਲੈ ਕੇ ਆਵਾਜ਼ ਦਿੱਤੀ, ਪਰ ਸੋਹਣ ਸਿੰਘ ਨੇ ਕੋਈ ਹੁੰਗਾਰਾ ਨਾ ਭਰਿਆ। ਫਿਰ ਲਹਿਣਾ ਸਿੰਘ ਨੇ ਮੰਜੇ ਦੇ ਸਰਾਣੇ ਵੱਲ ਬੈਠ ਕੇ ਸੋਹਣ ਸਿੰਘ ਦੇ ਕੰਨ ਵਿੱਚ ਜਰਾ ਜ਼ੋਰ ਨਾਲ ਆਵਾਜ਼ ਮਾਰੀ ਤਾਂ ਸੋਹਣ ਸਿੰਘ ਨੇ ਅੱਖ ਪੁੱਟ ਕੇ ਵੇਖਿਆ ਕਿ ਲਹਿਣਾ ਸਿੰਘ ਉਹਨਾਂ ਦੇ ਪਾਸ ਬੈਠਾ ਸੀ। ਲਹਿਣਾ ਸਿੰਘ ਨੇ ਵੀ ਜਦ ਡਿੱਠਾ ਕਿ ਇਸ ਨੇ ਉਹਨਾਂ ਨੂੰ ਪਛਾਣ ਲਿਆ ਹੈ ਤਾਂ ਇਸ ਨੇ ਫਿਰ ਉੱਚੀ ਸਾਰੀ ਸੰਤਾਂ ਦਾ ਸੁਨੇਹਾ ਸੁਣਾਇਆ, ਸੰਤ ਖੂਹ ਉੱਤੇ ਆਏ ਹੋਏ ਹਨ ਅਤੇ ਤੁਹਾਨੂੰ ਉੱਥੇ ਸੱਦਿਆ ਹੈ। ਸੰਤਾਂ ਦਾ ਸੁਨੇਹਾ ਸੁਣਦੇ ਸਾਰ ਪਤਾ ਨਹੀਂ ਸੋਹਣ ਸਿੰਘ ਦੀ ਬੇਹੋਸ਼ੀ ਕਿੱਧਰ ਗਈ ਅਤੇ ਬੁਖਾਰ ਕਿੱਧਰ। ਜਿਵੇਂ ਬੰਦਾ ਸੁੱਤਾ ਉੱਠ ਕੇ ਬੈਠ ਜਾਂਦਾ ਹੈ, ਸੋਹਣ ਸਿੰਘ ਅੰਗੜਾਈ ਲੈ ਕੇ ਉੱਠ ਕੇ ਬੈਠ ਗਿਆ ਅਤੇ ਲਹਿਣਾ ਸਿੰਘ ਨੂੰ ਸਤਿ ਸ੍ਰੀ ਅਕਾਲ ਬੁਲਾਈ ਅਤੇ ਪੁੱਛਿਆ, ਸੰਤ ਕਦੋਂ ਦੇ ਖੂਹ 'ਤੇ ਆਏ ਹੋਏ ਹਨ? ਲਹਿਣਾ ਸਿੰਘ ਦੱਸਿਆ, ਰਾਤ ਨੂੰ 10-11 ਵਜੇ ਅਸੀਂ ਡਸਕੇ ਤੋਂ ਤੁਰੇ ਸਾਂ, ਇੱਥੇ ਪਤਾ ਨਹੀਂ ਕਦੋਂ ਦੇ ਆਏ ਹੋਏ ਹਾਂ। ਖੂਹ 'ਤੇ ਆਉਂਦਿਆਂ ਹੀ ਸੰਤਾਂ ਨੇ ਤੁਹਾਨੂੰ ਸੱਦਣ ਲਈ ਭੇਜ ਦਿੱਤਾ ਹੈ। ਬਸ ਫਿਰ ਕੀ ਸੀ, ਸਾਧੂ ਕੇ ਸੰਗ ਪਾਪ ਪਲਾਇਣ ਵਾਲੀ ਦਸ਼ਾ ਮੂਰਤੀਮਾਨ ਹੋ ਗਈ। ਲਹਿਣਾ ਸਿੰਘ ਤੇ ਸੋਹਣ ਸਿੰਘ ਦੀਆਂ ਪਰਸਪਰ ਗੱਲਾਂ ਨਾਲ ਸੋਹਣ ਸਿੰਘ ਦੀ ਹਾਲਤ ਸੁਧਰੀ ਹੋਈ ਵੇਖ ਕੇ ਪਰਿਵਾਰ ਦੇ ਸਾਰੇ ਜੀ ਹੈਰਾਨ ਤੇ ਪ੍ਰਸੰਨ ਹੋ ਰਹੇ ਸਨ ਕਿ ਇਤਨੀ ਛੇਤੀ ਸੋਹਣ ਸਿੰਘ ਨੂੰ ਹੋਸ਼ ਕਿਵੇਂ ਆ ਗਈ ਤੇ ਬੁਖਾਰ ਕਿਵੇਂ ਲੱਥ ਗਿਆ। ਥੋੜ੍ਹੇ ਚਿਰ ਵਿੱਚ ਹੀ ਸੋਹਣ ਸਿੰਘ ਸੰਤਾਂ ਵੱਲ ਜਾਣ ਲਈ ਤਿਆਰ ਹੋ ਗਿਆ ਤੇ ਸਹਿਜੇ ਸਹਿਜੇ ਲਹਿਣਾ ਸਿੰਘ ਨਾਲ ਟੁਰ ਕੇ ਸੰਤਾਂ ਦੇ ਜਾ ਦਰਸ਼ਨ ਕੀਤੇ। ਸੰਤਾਂ ਦੇ ਚਰਨਾਂ ਉੱਤੇ ਭਾਵਨਾ ਸਹਿਤ ਮੱਥਾ ਟੇਕਿਆ ਤੇ ਭੰਵਰ ਦੀ ਤਰ੍ਹਾਂ ਚਰਨਾਂ ਦੇ ਨਾਲ ਹੀ ਲਿਪਟ ਗਏ ਅਤੇ ਲੱਗੇ ਬੇਨਤੀਆਂ ਕਰਨ, ਸੰਤ ਜੀ ਜਾਂ ਤਾਂ ਮੈਨੂੰ ਆਪਣੀ ਹੱਥੀਂ ਹੁਣੇ ਤੋਰ ਜਾਓ ਜਾਂ ਨਵੀਂ ਤਰੀਕ ਪਾ ਦਿਓ, ਮੈਂ ਤੁਹਾਡੇ ਦਰਸ਼ਨ ਕਰਦਿਆਂ ਹੀ ਜਾਣਾ ਚਾਹੁੰਦਾ ਹਾਂ। ਸੰਤਾਂ ਨੇ ਅਰਜ਼ ਸੁਣ ਕੇ ਉੱਚੀ ਬਾਂਹ ਕਰਕੇ ਬੋਲਾ ਕੀਤਾ, ਜਾਂ ਤੇਰੀ ਲੰਬੀ ਤਰੀਕ ਪਾ ਦਿੱਤੀ ਹੈ, ਪਰ ਇਹ ਗੱਲ ਯਾਦ ਰੱਖੀ ਕਿ ਤਰੀਕ ਪਾਉਣ ਵਾਲੀ ਬਾਂਹ ਮੇਰੇ ਸਤਿਗੁਰੂ ਰਾਮ ਸਿੰਘ ਜੀ ਦੀ ਹੈ ਅਤੇ ਇਸ ਬਾਪ ਬਿਠਲ ਦੀ ਬਾਂਹ ਅੱਗੇ ਕਿਲਵਿਕ ਕਿਵੇਂ ਠਹਿਰ ਸਕਦੇ ਹਨ, ਪਰ ਵੇਖੀ ਕਿਧਰੇ ਸਤਿਗੁਰ ਨੂੰ ਨਾ ਭੁੱਲ ਜਾਵੀਂ। ਸੋਹਣ ਸਿੰਘ ਨੇ ਹੱਥ ਜੋੜ ਕੇ ਬੇਨਤੀ ਕੀਤੀ, ਸੰਤ ਜੀ ਇਹ ਕਿਰਪਾ ਵੀ ਆਪ ਨੇ ਹੀ ਕਰਨੀ ਹੈ, ਮੈਨੂੰ ਆਪਣਾ ਸੇਵਕ ਬਣਾਈ ਰੱਖਿਓ। ਸੋਹਣ ਸਿੰਘ ਨੇ ਪੁੱਛਿਆ, ਮਹਾਰਾਜ ਹੁਣ ਮੈਂ ਕੀ ਖਾਵਾਂ? ਇਹ ਗੱਲ ਉਸਨੇ ਸੰਤਾਂ ਕੋਲੋਂ ਇੰਜ ਪੁੱਛੀ ਜਿਵੇਂ ਕਿਸੇ ਡਾਕਟਰ ਪਾਸੋਂ ਕੋਈ ਮਰੀਜ਼ ਬਿਮਾਰੀ ਦੇ ਹਟ ਜਾਣ ਬਾਅਦ ਪੁੱਛਦਾ ਹੈ ਕਿ ਹੁਣ ਮੈਂ ਕੀ ਪਰਹੇਜ਼ ਰੱਖਾਂ। ਸੰਤਾਂ ਨੇ ਬਚਨ ਕੀਤਾ, ਭਾਈ ਅੱਧਾ ਗੜਵਾ ਦੁੱਧ ਤੇ ਅੱਧਾ ਗੜਵਾ ਪਾਣੀ ਪਾ ਕੇ ਕੱਚੀ ਲੱਸੀ ਬਣਾ ਕੇ ਪੀ ਲਵੀਂ। ਖੂਹ ਉੱਤੇ ਪਰਿਵਾਰ ਦੇ ਸਾਰੇ ਜੀਅ ਆ ਗਏ ਹੋਏ ਸਨ। ਜਦੋਂ ਸੰਤਾਂ ਨੇ ਕੱਚੀ ਲੱਸੀ ਪੀਣ ਵਾਲੀ ਦਵਾਈ ਦੱਸੀ ਤਾਂ ਇੱਕਦਮ ਸਾਰੇ ਪਰਿਵਾਰੀ ਤੇ ਹੋਰ ਲੋਕ ਆਖਣ ਲੱਗ ਪਏ ਕਿ ਜੇ ਅੱਗੇ ਸੋਹਣ ਸਿੰਘ ਨਹੀਂ ਮਰਿਆ ਤਾਂ ਹੁਣ ਜ਼ਰੂਰ ਮਰੇਗਾ। ਪਰ ਸੋਹਣ ਸਿੰਘ ਨੇ ਕਿਸੇ ਦੀ ਵੀ ਹੋਰ ਗੱਲ ਨਾ ਸੁਣੀ ਅਤੇ ਸੰਤਾਂ ਦੇ ਬਚਨ ਅਨੁਸਾਰ ਅੱਧਾ ਗੜਵਾ ਦੁੱਧ ਅਤੇ ਅੱਧਾ ਗੜਵਾ ਪਾਣੀ ਲੈ ਕੇ ਕੱਚੀ ਲੱਸੀ ਬਣਾ ਲਈ ਤੇ ਪੀਣ ਲੱਗ ਪਿਆ। ਜਿਉਂ-ਜਿਉਂ ਲੱਸੀ ਪੀ ਜਾਵੇ
ਪਿਸ਼ਾਬ ਦੇ ਰਾਹੀਂ ਸਰੀਰ ਦੇ ਸਾਰੇ ਰੋਗ ਪਾਣੀ ਬਣ ਕੇ ਨਿਕਲ ਗਏ। ਸਗੋਂ ਸਾਰੇ ਲੋਕਾਂ ਦੇ ਵੇਖਦਿਆਂ ਹੀ ਸਤਿਗੁਰੂ ਜੀ ਤੇ ਸੰਤਾਂ ਦੀ ਕਿਰਪਾ ਦ੍ਰਿਸ਼ਟੀ ਨਾਲ ਸੋਹਣ ਸਿੰਘ ਦਾ ਸਰੀਰ ਕੰਚਨ ਵਾਂਗ ਅਰੋਗ ਹੋ ਗਿਆ। ਮਾਨੋ ਗੁਰਬਾਣੀ ਦਾ ਇਹ ਵਾਕ ਅੱਖਰ ਅੱਖਰ ਪੂਰਾ ਹੋਇਆ ਕਿ ਸਾਧ ਕੇ ਸੰਗ ਕਿਲ ਵਿਖ ਸਭ ਗਏ। ਇਹ ਸਾਰੇ ਬਚਨ ਬਿਲਾਸ ਕਰਨ ਪਿੱਛੋਂ ਸੋਹਣ ਸਿੰਘ ਨੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰਕੇ ਘਰ ਦਰਸ਼ਨ ਦਿਓ, ਲੰਗਰ ਕਰੋ। ਸੰਤਾ ਬਚਨ ਕੀਤਾ, ਸੋਹਣ ਸਿੰਘ ਤੂੰ ਸਾਨੂੰ ਆਪਣੀ ਬਿਮਾਰੀ ਦੀ ਨਵਿਰਤੀ ਵਾਸਤੇ ਦਵਾਈ ਦੇਣ ਲਈ ਹੀ ਸੱਦਿਆ ਹੈ, ਸੋ ਤੇਰਾ ਬਚਨ ਮੰਨ ਕੇ ਅਸੀਂ ਇੱਥੇ ਆਏ ਤੇ ਤੇਰੇ ਉੱਤੇ ਸ਼੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਬਖਸ਼ਿਸ਼ ਕੀਤੀ ਹੈ। ਹੁਣ ਤੇਰਾ ਸਰੀਰ ਅਰੋਗ ਹੋ ਗਿਆ ਹੈ, ਤੂੰ ਸਾਨੂੰ ਲੰਗਰ ਵਾਸਤੇ ਸੱਦਿਆ ਨਹੀਂ ਸੀ, ਇਸ ਵਾਸਤੇ ਅੱਜ ਤੇਰਾ ਲੰਗਰ ਨਹੀਂ ਛਕਣਾ, ਜਦ ਕਦੇ ਫੇਰ ਲੰਗਰ ਵੀ ਛਕ ਲਵਾਂਗੇ। ਇਸ ਤਰ੍ਹਾਂ ਦੀ ਪ੍ਰਸੰਨਤਾ ਸਹਿਤ ਬਚਨ ਬਿਲਾਸ ਕਰਦੇ ਹੋਏ ਸੰਤ ਚਵਿੰਡੇ ਵਾਲੇ ਲਹਿਣਾ ਸਿੰਘ ਤੇ ਝੰਡਾ ਸਿੰਘ ਸਮੇਤ ਵਾਪਸ ਡਸਕੇ ਨੂੰ ਆ ਗਏ। ਡਸਕੇ ਵਿੱਚ ਸੇਠ ਹੁਕਮ ਸਿੰਘ ਤੇ ਸਤਸੰਗੀ ਸੁਭਾਅ ਕਾਰਨ ਸੰਜੀ ਮਹੀਨੇ ਦੀ ਥਾਂ ਪੂਰਾ 1 ਸਾਲ ਟਿਕੇ ਰਹੇ ਤੇ ਜਲ ਭਰਨ ਤੇ ਛਕਾਉਣ ਦੀ ਸੇਵਾ ਕਰਦੇ ਰਹੇ। ਸਾਲ ਪੂਰਾ ਹੋ ਜਾਣ ਤੇ ਸੰਤਾਂ ਨੇ ਇੱਕ ਦਿਨ ਸੇਠ ਹੁਕਮ ਸਿੰਘ ਨਾਲ ਬਚਨ ਕੀਤਾ, ਸੇਠ ਜੀ ਅਜੇ ਤੁਹਾਡਾ ਮਹੀਨਾ ਪੂਰਾ ਹੋਇਆ ਹੈ ਕਿ ਨਹੀਂ? ਹੁਕਮ ਸਿੰਘ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮੇਰਾ ਚਿੱਤ ਕਰਦਾ ਹੈ ਕਿ ਇਹ ਮਹੀਨਾ ਜੁਗਾ ਪ੍ਰਯੰਤ ਹੀ ਵੀ ਪੂਰਾ ਨਾ ਹੋਵੇ। ਸੰਤਾ ਹੁਕਮ ਕੀਤਾ, ਸੇਠ ਜੀ ਸਤਿਗੁਰੂ ਤੁਹਾਡੀ ਭਾਵਨਾ ਸਦਾ ਵਾਸਤੇ ਹੀ ਇਹੋ ਜਿਹੀ ਬਣਾਈ ਰੱਖੇ। ਤੁਸੀਂ ਸਾਧ ਸੰਗਤ ਦੀ ਸੇਵਾ ਤਨ ਮਨ ਧਨ ਕਰਕੇ ਹਮੇਸ਼ਾ ਕਰਦੇ ਰਹੋ। ਸਤਿਗੁਰ ਤੁਹਾਡੇ ਤੇ ਕਿਰਪਾ ਕਰੇ ਤੇ ਤੁਸੀਂ ਉਸ ਦੀ ਰਜ਼ਾ ਅੰਦਰ ਰਹਿ ਕੇ ਖੁਸ਼ੀਆਂ ਮਾਣੋ, ਪਰ ਮੈਨੂੰ ਮੇਰਾ ਮਾਲਕ ਕਿਸੇ ਹੋਰ ਥਾਂ ਜਾਣ ਲਈ ਹੁਕਮ ਦੇ ਰਿਹਾ ਹੈ। ਇਸ ਵਾਸਤੇ ਬੀਤੇ ਹੋਏ ਸਮੇਂ ਵਿੱਚ ਕਿਸੇ ਵਾਧੇ ਘਾਟੇ ਬਚਨ ਦਾ ਧਿਆਨ ਨਾ ਰੱਖਣਾ ਤੇ ਖੁਸ਼ੀਆਂ ਰੱਖਣੀਆਂ। ਸੇਠ ਜੀ ਨੇ ਸੱਜਲ ਨੇਤਰਾਂ ਤੇ ਭਰੇ ਹੋਏ ਗਲੇ ਨਾਲ ਸੰਤਾਂ ਤੇ ਨਿਵਾਸ ਰੱਖਣ ਦਾ ਬਹੁਤ ਬਹੁਤ ਧੰਨਵਾਦ ਕੀਤਾ ਅਤੇ ਸਾਰੇ ਪਰਿਵਾਰ ਨੇ ਬੜੇ ਅਦਬ ਸਤਿਕਾਰ ਨਾਲ ਸੰਤ ਕੇਸਰ ਸਿੰਘ ਜੀ ਨੂੰ ਆਪਣੇ ਘਰੋਂ ਵਿਦਿਆ ਕੀਤਾ ਤੇ ਫਿਰ ਵੀ ਦਰਸ਼ਨ ਦੇਣ ਦੀ ਅਰਦਾਸ ਕੀਤੀ। ਇਸ ਅਰਜ਼ ਦੀ ਪ੍ਰਵਾਨਗੀ ਅਨੁਸਾਰ ਸਮੇਂ-ਸਮੇਂ ਸੰਤ ਜੀ ਪਿੱਛੋਂ ਵੀ ਡਸ ਕੇ ਦਰਸ਼ਨ ਦਿੰਦੇ ਰਹੇ। ਸਾਰੇ ਹੀ ਆਖ ਲਈਏ, ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਤੇ ਧੰਨ ਸਤਿਗੁਰੂ ਰਾਮ ਸਿੰਘ ਜੀ ਦੇ ਸਿੱਖ ਤੇ ਸਾਧ। ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ।